ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੇ ਹਜ਼ੂਰ ਜੁੜਮਲ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਜਨ, ਸਤਿਗੁਰੂ ਜੀ ਦੀ ਬਖਸ਼ਿਸ਼ ਮਹਿਰਾਮਤ ਦਾ ਸਦਕਾ ਗੁਰੂ ਦਰ ਤੇ ਜੁੜਨ ਦਾ ਸੁਭਾਗ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੀ ਇਲਾਹੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਗੁਰੂ ਕੇ ਪਿਆਰੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ। ਗੁਰੂ ਦਰ ਤੇ ਜੁੜ ਕੇ ਗੁਰੂ ਦੀ ਬਾਣੀ ਦੁਆਰਾ ਆਪਣੇ ਜੀਵਨ ਨੂੰ ਸਵਾਰਨ ਦਾ ਨਿਮਾਣਾ ਜਿਹਾ ਉਪਰਾਲਾ ਕਰ ਰਹੇ ਹਨ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਅੱਜ ਦੇ ਇਸ ਪਾਵਨ ਬਚਨ ਅੰਦਰ ਸਾਨੂੰ ਸੋਝੀ ਦਿੰਦੇ ਨੇ। ਸਤਿਗੁਰੂ ਕਹਿੰਦੇ ਵਾਹਿਗੁਰੂ ਦੇ ਅੱਗੇ ਅਸੀਂ ਸਿਰਫ ਨਮਸਕਾਰ ਹੀ ਕਰ ਸਕਦੇ ਹਾਂ। ਉਹਦੇ ਅੱਗੇ ਸਾਡਾ ਕੋਈ ਜ਼ੋਰ ਨਹੀਂ, ਉਹਦੇ ਅੱਗੇ ਸਾਡਾ ਵਸ ਨਹੀਂ ਚੱਲਦਾ। ਅਸੀਂ ਕਿਸੇ ਵੀ ਤਰ੍ਹਾਂ ਉਹਦੀ ਮਹਿਮਾ ਨੂੰ ਜਾਣ ਨਹੀਂ ਪਾਉਂਦੇ, ਉਹਦੀ ਬੇਅੰਤਤਾ ਨੂੰ ਸਮਝ ਨਹੀਂ ਪਾਉਂਦੇ। ਇਸ ਲਈ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਆਦੇਸ਼ ਬਾਬਾ ਆਦੇਸ਼। ਹੇ ਵਾਹਿਗੁਰੂ, ਤੇਰੇ ਚਰਨਾਂ ਵਿੱਚ ਆਦੇਸ਼ ਹੈ, ਬਸ ਨਮਸਕਾਰ ਹੈ। ਆਦੇਸ਼ ਬਾਬਾ ਆਦੇਸ਼, ਨਮਸਕਾਰ, ਬੰਦਨਾ, ਡੰਡੌਤ, ਹੱਥ ਜੋੜ ਕੇ ਬਸ ਅਸੀਂ ਤੇਰੇ ਚਰਨਾਂ ਵਿੱਚ ਸਿਰ ਝੁਕਾ ਸਕਦੇ ਹਾਂ। ਆਦੇਸ਼ ਬਾਬਾ ਆਦੇਸ਼, ਆਦਿ ਪੁਰਖ ਤੇਰਾ ਅੰਤ ਨਾ ਪਾਇਆ। ਹੇ ਸੱਚੇ ਪਾਤਸ਼ਾਹ, ਤੇਰਾ ਕਿਸੇ ਨੇ ਅੰਤ ਨਹੀਂ ਪਾਇਆ। ਹੇ ਆਦਿ ਪੁਰਖ, ਆਦ ਤੋਂ, ਮੁੱਢ ਤੋਂ, ਆਰੰਭ ਤੋਂ, ਜਦੋਂ ਕੁਛ ਵੀ ਨਹੀਂ ਸੀ ਉਦੋਂ ਤੋਂ ਮੌਜੂਦ, ਇਸ ਧਰਤੀ ਦੇ ਜਨਮ ਤੋਂ ਪਹਿਲਾਂ, ਇਸ ਬ੍ਰਹਿਮੰਡ ਦੇ ਜਨਮ ਤੋਂ ਪਹਿਲਾਂ ਤੂੰ ਮੌਜੂਦ ਸੀ। ਤੇਰੇ ਤੋਂ ਹੀ ਇਹ ਸਾਰਾ ਕੁਝ ਜਨਮਿਆ। ਇਸ ਲਈ ਹੇ ਵਾਹਿਗੁਰੂ, ਤੇਰਾ ਅੰਤ ਨਹੀਂ ਕਿਸੇ ਨੇ ਪਾਇਆ। ਇਸ ਕਰਕੇ ਤੇਰੀ ਮਹਿਮਾ ਨੂੰ ਕੋਈ ਜਾਣ ਨਹੀਂ ਸਕਿਆ, ਨਾ ਕਦੇ ਕੋਈ ਜਾਣ ਸਕੇਗਾ। ਕਰ ਕਰ ਦੇਖਾਂ ਵੇਸ। ਸਤਿਗੁਰੂ ਕਹਿੰਦੇ ਲੋਕ ਬਹੁਤ ਵੇਸ, ਬਹੁਤ ਭੇਖ ਕਰ ਕਰਕੇ ਦੇਖਦੇ ਨੇ। ਕਦੇ ਕੁਛ ਕਰਦੇ ਨੇ, ਕਦੇ ਕੁਛ ਕਰਦੇ ਨੇ, ਪਰ ਤੇਰਾ ਅੰਤ ਨਹੀਂ ਪਾ ਪਾਉਂਦੇ। ਫਿਰ ਵੀ ਤੈਨੂੰ ਜਾਣ ਨਹੀਂ ਪਾਉਂਦੇ। ਤੇਰਾ ਅੰਤ ਨਹੀਂ ਕੋਈ ਜਾਣ ਸਕਦਾ ਕਿ ਕੋਈ ਕਹਿ ਦੇਵੇ ਦਾਅਵੇ ਨਾਲ ਕਿ ਮੈਂ ਪੂਰੀ ਤਰ੍ਹਾਂ ਜਾਣ ਲਿਆ, ਮੈਂ ਦੇਖ ਲਿਆ ਪ੍ਰਤੱਖ। ਸਤਿਗੁਰੂ ਕਹਿੰਦੇ ਐਸਾ ਦਾਅਵੇ ਨਾਲ ਕਹਿਣ ਵਾਲਾ ਕੋਈ ਵੀ ਨਹੀਂ। ਸਭ ਥੱਕ ਗਏ, ਹਾਰ ਗਏ, ਪਰ ਉਹਦੀ ਮਹਿਮਾ ਨਹੀਂ ਜਾਣ ਸਕੇ। ਉਹ ਕੀ ਚਾਹੁੰਦਾ ਸਾਨੂੰ ਨਹੀਂ ਪਤਾ। ਇਸ ਲਈ ਜੋ ਘਟਨਾ ਵਾਪਰ ਗਈ ਜਾਂ ਵਾਪਰ ਰਹੀ ਹੈ, ਸਾਨੂੰ ਨਹੀਂ ਪਤਾ ਕਿ ਉਹਦਾ ਕੱਲ੍ਹ ਨੂੰ ਕੀ ਨਤੀਜਾ ਨਿਕਲਣਾ ਹੈ। ਅਸੀਂ ਉਸ ਨੂੰ, ਅੱਜ ਵਾਪਰੀ ਘਟਨਾ ਨੂੰ ਵੇਖ ਕੇ ਦੁਖੀ ਹੁੰਦੇ ਹਾਂ, ਰੋਂਦੇ ਹਾਂ, ਕੁਰਲਾਉਂਦੇ ਹਾਂ ਕਿ ਇਹ ਠੀਕ ਨਹੀਂ। ਪਰ ਵਾਹਿਗੁਰੂ ਦੀ ਇਸ ਘਟਨਾ ਦੇ ਪਿੱਛੇ ਕੀ ਮਹਿਮਾ ਹੈ, ਅਸੀਂ ਨਹੀਂ ਜਾਣਦੇ। ਤੁਸੀਂ ਕਿਸੇ ਉਸ ਗੱਲ ਨੂੰ ਵਿਚਾਰੋ ਜਿਹੜੀ ਤੁਹਾਡੇ ਜੀਵਨ ਦੇ ਵਿੱਚ ਕੋਈ ਘਟਨਾ ਵਾਪਰੀ। ਜੇ ਉਹ ਨਾ ਵਾਪਰਦੀ ਤੁਸੀਂ ਕੀ ਹੁੰਦੇ, ਕਿੱਥੇ ਹੁੰਦੇ? ਕੋਈ ਬੰਦਾ ਆਖਦਾ ਜੇ ਮੇਰਾ ਫਲਾਣਾ ਐਕਸੀਡੈਂਟ ਨਾ ਹੋਇਆ ਹੁੰਦਾ ਤਾਂ ਮੈਂ ਇੱਥੋਂ ਤੱਕ ਨਾ ਪਹੁੰਚਦਾ। ਜੇ ਉਸ ਦਿਨ ਮੇਰੀ ਬੱਸ ਨਾ ਮਿਸ ਹੋਈ ਹੁੰਦੀ ਨਾ ਤਾਂ ਅੱਜ ਮੈਂ ਇੱਥੇ ਤੱਕ ਤਰੱਕੀ ਨਹੀਂ ਸੀ ਕਰ ਪਾਣੀ। ਇਸ ਲਈ ਕਈ ਵਾਰੀ ਉਸ ਵਕਤ ਸਾਨੂੰ ਨਹੀਂ ਪਤਾ ਚੱਲਦਾ
उस वेले असीं दुखी हुंदे हां कि अज मेरे नाल बहुत माड़ा हो गया, मेरी जेब कट्टी गई, मेरी चोरी हो गई, पर इहदा नतीजा अगांह निकलेगा जाके। इसलिए एक दिन आउंदा असीं जिंदगी दे विच उन्हां सारियां गल्लां नूं विचारांगे। विचारो जे तुसीं नहीं विचारिया तां कि जो सानू गलत लगदा सी ना कि गलत होया साडे नाल, ਉਹ ਵੀ ਉਹਦੇ ਵਾਸਤੇ ਵੀ ਤੁਸੀਂ ਰੱਬ ਦਾ ਸ਼ੁਕਰ ਕਰੋਗੇ ਕਿ ਜੇ ਉਹ ਨਾ ਵਾਪਰਦੀ ਘਟਨਾ ਤਾਂ ਅੱਜ ਮੈਂ ਇੱਥੇ ਨਾ ਹੁੰਦਾ। ਇਸ ਲਈ ਉਹਦੀ ਮਹਿਮਾ ਨੂੰ ਕੋਈ ਨਹੀਂ ਜਾਣ ਪਾਉਂਦਾ, ਉਹਦਾ ਅੰਤ ਕੋਈ ਨਹੀਂ ਜਾਣ ਸਕਦਾ। ਇਸ ਲਈ ਮਤਾਂ ਇਸ ਗੱਲ ਤੋਂ ਦੁਖੀ ਹੋਵੋ ਕਿ ਕੋਈ ਚੀਜ਼ ਮੇਰੇ ਮੁਤਾਬਕ ਨਹੀਂ ਹੋ ਰਹੀ, जो मैं चाहता हाँ वो नहीं हो रहा, जो वाहिगुरू चाहता है वो हो रहा है। जदों उहदे चाहे नाल उहदी रज़ा नाल असीं राज़ी हुंदे हां फिर गल बनदी है। जदों सानू दुख भी लगे प्यारा कि उहने दुख दिता है तो कुछ भले खातर ही दिता होना है। सानू कोई गल सुख राही समझ नहीं आई, उसने वो गल दुख राही समझाउण लई सानू दुख दे दिता है। असीं सुख विच समझ नहीं पाते, दुख विच कई बारी गल समझ आ जाती है। कोई चीज़ साडे कोल होवे तां सानू पता नहीं चलता, वो चीज़ साडे कोलों खुस जाए तो फिर सानू उहदी कदर दा पता लग जाता है, उहदी वैल्यू दा पता लगता है। इस करके सतगुरु कहते कि उहदी महिमा उही जानदा है। आद पुरख तेरा अंत ना पाया, हे सच्चे पातशाह तेरा किसे ने अंत नहीं पाया। थक गए लोग अंत लभदियां वेस कर करके, भेख कर करके, पखंड कर करके, धर्म के नाम उपर बहुत सारे लखां कर्मकांड कर करके लोग रह गए, थक गए, हार गए, पर तेरी महिमा नहीं जान सके, तेरी लीला नहीं समझ सके। उहदी लीला बड़ी, आपां कहंदे ना कि उहदी लीला अपरंपार है। उहदी लीला, उहदी खेड जिहड़ी साडी समझ विच नहीं आउंदी। साडी समझ विच उही गल आउंदी है जिहदे बारे सानू पता होवे, जिहदे बारे सानू पता नहीं, साडी वो समझ विच नहीं आउंदा, उहदे बारे असीं कहांगे कि उहदे बारे असीं अंदाजे दे सकांगे ना, इस तो वध के की कर सकते हैं, क्योंकि जिहदा पता ही नहीं उहदा अंदाजा भी नहीं असीं पूरी तरह ला सकते। इस करके सतगुरु कहंदे उहदी रज़ा विच जिहड़ा राज़ी हो गया उन्हें जान लिया, जिहड़ा तुर पिया उहदे भाणे विच उन्हें उसनूं उहदे उत्ते छड्ड दित्ता कि जो तू कहेगा ठीक है, जो तू करेगा ठीक है, राज़ी मैं उहदे लई। इसलिए वो नहीं उलझदा, वो नहीं पखंडा कर्मकांडां विच पैंदा। इसलिए सतगुरु कहते उस वाहिगुरू नूं आदेश, उन्होंने नमस्कार। आदेश ते बाबा आदेश, आद पुरख तेरा अंत ना पाया, कर कर देखें वेस। ये शब्द गुरु नानक साहब महाराज ने उस वक्त उचारिया जदों बाबर ने भारत ते पंजाब ते हमला किया। एमनाबाद के उपर जदों गुरु नानक साहब महाराज उत्थे मौजूद सन, उदों बाबर का हमला होया। तो उहदे हमले तो बाद गुरु नानक साहब ने यह शब्द उचारिया, क्योंकि गुरु नानक साहब ने देखा जदों उन्होंने कैद कर लिया गया, कैद विच हो सकता है ये शब्द उचारिया गया होवे
सतगुरु ने कहा कि हे वाहिगुरु तेरी इस एक घटना वरताउण विच, ये वरतारा वरताउण विच तेरी की रज़ा है, कोई नहीं जानता, कोई नहीं समझदा कि तेरा ये सारा कुछ करने का मतलब की है। इसलिए तेनू सिर्फ नमस्कार कर सकते हैं, पर ये तेरी महिमा नहीं जान सकते कि ये सारा कुछ वापरिया क्यों वापरिया, ये पिछे कारण की है। ये साडी समझ विच नहीं आउंदा, इसलिए ये बारे तू ही जानदा है। सतगुरु ने उत्थे सारा कुछ देखा। गुरु नानक साहब 2 बार एमनाबाद गए तो उन्होंने माहौल देखा उत्थों का। एमनाबाद का रहने वाला मलक भागो है। मलक भागो वर्गे आदमी एमनाबाद विच बहुत रहिंदे ने, जिहड़े लोकां दा खून पींदे ने, जिहड़े गरीबां निमाणिਆਂ निताणिਆਂ दी बनदी मजदूरी बनदी मेहनत भी नहीं दिंदे, उन्हां दा हक खाण वाले इहो जिहे बेअंत लोग रहिंदे ने उत्थे। हुण उस एमनाबाद ते हमला हुंदा है। एमनाबाद, उस एमनाबाद विच तकड़े लोग रहिंदे ने, अमीर घराणे रहिंदे ने, पैसे वाले दौलतमंद लोग रहिंदे ने, ते सुभाविक है कि ऐसी थां ते हमला हुंदा ही है। जिथे भी पैसा होवेगा उत्थे हमला होवेगा ही, जिथे सोना चांदी होवेगा उत्थे हमला होवेगा ही, उहदी लुੱਟ खसुੱਟ होवेगी ही। एमनाबाद नूं लुੱਟਿਆ गया, उजाड़िया गया। एमनाबाद तो इलावा होर आले दुआले दे इलाके सब लुੱਟੇ गए, पर उत्थों दे लोकां नाल जो वापरिया उन्हां दा जिक्र इस शब्द विच गुरु साहब ने कीता है। इस शब्द नूं उस वेले दे माहौल दे हिसाब नाल ते अज दे माहौल दे हिसाब नाल कंपेयर करके वेखना जानना, क्योंकि शब्द साडी अज दी हालत भी बयान करदा है कि साडे नाल ऐसा ही हुंदा है अखीर। सतगुरु कहंदे ਉਹ औरतां जिन्हां दे बड़े हार शंगार सी, जिन सिर सोहन पट्टियां, ਜਿਹੜੀਆਂ अपने सिरां दे उत्ते बड़ियां पट्टियां सजाउंदियां सन। पट्टियां सजाउण दा मतलब कि वख-वख स्टाइल दे चीर कढ़ के अपने बालां नूं सजाउणा। अजकल तो इहनूं तुसीं सौखा समझदे हो, क्योंकि ब्यूटी पार्लरां विच यही कुछ ही हुंदा कि वख-वख नਵੇਂ स्टाइल नाल नਵੇਂ तरीकिਆਂ नाल अपने बालां नूं गुंदणा, ਉਹਨੂੰ ਕਹਿੰਦੇ ने पट्टियां। सतगुरु कहंदे जिन सिर सोहन पट्टियां, जिन्हां दे सिरां उपर पट्टियां सोभदियां सी, वख-वख ढंग नाल सुंदर ढंग नाल सजाए हुए बाल सोहणे लगदे सी, मांगी पाए संधूर, ते जिन्हां दी मांग विच संधूर सी, सुहागणां सन, बड़ियां खूबसूरत अपने आप नूं सजा सवार के बैठियां ਉਹ इस्त्रियां जवान, उन्हां दी हालत की हुई, ਸੇ ਸਿਰ ਕਾਤੀ ਮੁੰਨੀਆਂ। ਉਹ सोहणे बालां वालियां इस्त्रियां, उन्हां दे सिर बाबर दे सिपाहियां ने मुन्न छड्डे। ਸੇ ਸਿਰ ਕਾਤੀ ਮੁੰਨੀਆਂ, कांती, काती मतलब कैंची, कैंची नाल मुन्न छड्डे बाल, उन्हां दे कट छड्डे बाल, ਜਿਹੜੀਆਂ बहुत खूबसूरत लगदियां सन अपने बालां नाल। गल विच आवे धूड़, ते हुण गलां दे विच धूड़ पैंदी, धूड़ कट्टा मिट्टी भरिया पिया उन्हां दे गलां विच। क्यों? क्योंकि लुੱਟ लिया गया सारा कुछ। बालां दे विच भी उन्होंने सोने दीयां लड़ियां सजाइयां हुईयां सन बालां दे, इसलिए बाल भी कट छड्डे गए। सतगुरु कहंदे ਸੇ ਸਿਰ ਕਾਤੀ ਮੁੰਨੀਆਂ, गल विच आवे धूड़, महलां अंदर होंदियां, हुण महल ना बहन ना मिलन हदूर। महलां दे विच बहिंदियां सी, महलां विच कि बड़ा सुख भोगदियां सी, बड़ा आराम माणदियां सी। हुण नेड़े बहना भी नसीब नहीं हुंदा,
ਹੁਣ ਮਹਿਲਾਂ ਦੇ ਵਿੱਚ ਬਹਿਣਾ ਤੇ ਦੂਰ ਦੀ ਗੱਲ ਹੈ, ਹੁਣ ਮਹਿਲ ਦੇ ਲਾਗੇ ਵੀ ਨਹੀਂ ਜਾਣ ਦਿੱਤਾ ਜਾਂਦਾ। ਜਿੰਨੇ ਸੁੱਖ ਭੋਗੇ, ਜਿੰਨੇ ਆਨੰਦ ਮਾਣੇ, ਦੌਲਤ ਦਾ ਜਿੰਨਾ ਆਨੰਦ ਮਾਣਿਆ ਉਹ ਸਭ ਗਿਆ, ਸਭ ਖੁੱਸ ਗਿਆ। ਸਤਿਗੁਰੂ ਕਹਿੰਦੇ ਹੁਣ ਨੇੜੇ ਬਹਿਣਾ ਵੀ, ਆਪਣੇ ਪਤੀ ਦੇ ਕੋਲ ਜਾਣਾ ਵੀ, ਹੁਣ ਪਤੀ ਦਾ ਪਤਾ ਨਹੀਂ ਕਿ ਪਤੀ ਕਿੱਥੇ ਹੈ। ਹੁਣ ਬਹਿਣ ਨਾ ਮਿਲਣ ਹਦੂਰ। ਇਸ ਕਰਕੇ ਸਤਿਗੁਰੂ ਕਹਿੰਦੇ ਆਦੇਸ਼ ਬਾਬਾ ਆਦੇਸ਼, ਵਾਹਿਗੁਰੂ ਤੈਨੂੰ ਨਮਸਕਾਰ ਹੈ। हे ਭਾਈ ਉਸ ਪਰਮੇਸ਼ਰ ਨੂੰ ਨਮਸਕਾਰ। ਆਦਿ ਪੁਰਖ ਤੇਰਾ ਅੰਤ ਨਾ ਪਾਇਆ। ਸੱਚੇ ਪਾਤਸ਼ਾਹ ਤੇਰਾ ਕੋਈ ਅੰਤ ਪਾ ਸਕਦਾ? ਕੱਲ ਜਿਹੜੀਆਂ ਰਾਜ ਮਾਣਦੀਆਂ ਸੀ ਅੱਜ ਉਹਨਾਂ ਨੂੰ ਕੰਗਾਲ ਕਰ ਛੱਡਿਆ ਤੂੰ। ਕੱਲ ਜਿਹੜੀਆਂ ਆਪਣੇ ਹੁਸਨ, ਆਪਣੇ ਜਵਾਨੀ, ਆਪਣੇ ਸੋਹਣੇ ਰੂਪ ਦੇ ਕਾਰਨ ਹੰਕਾਰੀਆਂ ਸਨ, ਅੱਜ ਵੇਖ ਲੈ ਉਹਨਾਂ ਦੇ ਗਲਾਂ ਦਾ ਹਾਲ ਕੀ ਹੈ। ਅੱਜ ਕੋਈ ਦੇਖਦਾ ਵੀ ਨਹੀਂ ਉਹਨਾਂ ਵੱਲ ਨੂੰ। ਐਸਾ ਹੀ ਹੈ ਕਿ ਜਦੋਂ ਜਵਾਨੀ ਦੇ ਨਸ਼ੇ ਵਿੱਚ ਬੰਦਾ ਅੰਨਾ ਹੁੰਦਾ ਨਾ, ਪੈਸੇ ਦੇ ਨਸ਼ੇ ਵਿੱਚ, ਉਦੋਂ ਉਹ ਕਿਸੇ ਨੂੰ ਬੰਦਾ ਨਹੀਂ ਸਮਝਦਾ। ਪਰ ਜਦੋਂ ਉਹ ਜਵਾਨੀ ਢਲ ਜਾਂਦੀ ਹੈ, ਉਹ ਦੌਲਤ ਸ਼ੌਹਰਤ ਚਲੀ ਜਾਂਦੀ ਹੈ, ਫਿਰ ਪਤਾ ਚੱਲਦਾ ਹੈ। ਫਿਰ ਸਤਿਗੁਰੂ ਕਹਿੰਦੇ ਤੇਰੀ ਮਹਿਮਾ ਨੂੰ ਵਾਹਿਗੁਰੂ ਤੂੰ ਹੀ ਜਾਣਦਾ ਹੈ। ਆਦਿ ਪੁਰਖ ਤੇਰਾ ਅੰਤ ਨਾ ਪਾਇਆ, ਤੇਰਾ ਕਿਸੇ ਨੇ ਅੰਤ ਨਹੀਂ ਪਾਇਆ। ਕਰ ਕਰ ਦੇਖਿਆ ਵੇਸ, ਵੇਸ ਕਰ ਕਰਕੇ ਲੋਕ ਦੇਖਦੇ ਨੇ, ਪਖੰਡ ਕਰ ਕਰਕੇ, ਪਰ ਕੋਈ ਨਹੀਂ ਜਾਣਦਾ। ਰਹਾਓ ਜਦੋਂ ਸੀਆਂ ਵਿਆਹੀਆਂ ਲਾੜੇ ਸੋਹਣ ਪਾਸ, ਜਦੋਂ ਇਹ ਇਸਤਰੀਆਂ ਵਿਆਹੀਆਂ ਹੋਈਆਂ ਆਈਆਂ ਸਨ, ਜਦੋਂ ਸੀਆਂ ਵਿਆਹੀਆਂ, ਜਦੋਂ ਵਿਆਹੀਆਂ ਗਈਆਂ, ਵਿਆਹ ਕੇ ਆਪਣੇ ਪੇਕਿਆਂ ਤੋਂ ਸਹੁਰੇ ਘਰ ਆਈਆਂ, ਤਾਂ ਆਪਣੇ ਲਾੜਿਆਂ ਦੇ ਨਾਲ ਬੈਠੀਆਂ ਬਹੁਤ ਸੋਭਦੀਆਂ ਸਨ, ਬੜੀਆਂ ਪਿਆਰੀਆਂ ਲੱਗਦੀਆਂ ਸਨ। ਹਿੰਡੋਲੀ ਚੜ ਆਈਆਂ, ਪਾਲਕੀਆਂ ਵਿੱਚ ਬਹਿ ਕੇ, ਡੋਲੀਆਂ ਵਿੱਚ ਬੈਠ ਕੇ ਆਈਆਂ ਸਨ। ਲੱਖ ਦੰਦਖੰਡ ਕੀਤੇ ਰਾਸ। ਦੰਦਖੰਡ ਮਤਲਬ ਹਾਥੀ ਦੰਦ ਦੇ ਚੂੜੇ, ਇਹਨਾਂ ਦੇ ਹੱਥਾਂ ਦੇ ਵਿੱਚ ਪਹਿਨੇ ਹੋਏ ਸੀ। ਹਾਥੀ ਦੰਦ ਦਾ ਚੂੜਾ ਬੜਾ ਮਹਿੰਗਾ ਹੁੰਦਾ ਹੈ, ਹੁਣ ਤੇ ਬਹੁਤ ਮੁਸ਼ਕਲ ਨਾਲ ਮਿਲਦਾ ਹੈ। ਹੁਣ ਮਿਲਦਾ ਕਿਉਂਕਿ ਹਾਥੀ ਦੰਦ ਦਾ ਚੂੜਾ ਬੜੀ ਮੁਸ਼ਕਲ ਨਾਲ ਹਾਸਲ ਹੁੰਦਾ ਹੈ, ਕਿਉਂਕਿ ਹੁਣ ਹਾਥੀਆਂ ਦੇ ਕਤਲ ਦੇ ਉੱਤੇ, ਹਾਥੀਆਂ ਨੂੰ ਮਾਰਨ ਉੱਤੇ ਪਾਬੰਦੀਆਂ ਲੱਗੀਆਂ ਨਾ। ਪਹਿਲਾਂ ਕੋਈ ਐਸੀ ਪਾਬੰਦੀ ਨਹੀਂ ਸੀ, ਇਸ ਕਰਕੇ ਸ਼ਰੇਆਮ ਹਾਥੀਆਂ ਨੂੰ ਮਾਰ ਦਿੱਤਾ ਜਾਂਦਾ ਸੀ। ਉਹਨਾਂ ਦੇ ਦੰਦ ਕੱਢ ਕੇ ਉਹਨਾਂ ਦੇ ਚੂੜੇ ਬਣਾ ਬਣਾ ਕੇ ਵੇਚੇ ਜਾਂਦੇ ਸੀ। ਹਾਥੀ ਦੰਦ ਦੇ ਚੂੜੇ ਜਿਨ੍ਹਾਂ ਦੇ ਹੱਥਾਂ ਵਿੱਚ ਪਹਿਨੇ ਹੋਏ ਸਨ, ਆਪਣੀਆਂ ਡੋਲੀਆਂ ਵਿੱਚ ਬੈਠ ਕੇ, ਪਾਲਕੀਆਂ ਵਿੱਚ ਬੈਠ ਕੇ ਜਿਹੜੀਆਂ ਆਪਣੇ ਸਹੁਰੇ ਘਰ ਪਹੁੰਚੀਆਂ ਸਨ, ਹਿੰਡੋਲੀ ਚੜ ਆਈਆਂ, ਦੰਦਖੰਡ ਕੀਤੇ ਰਾਸ, ਉੱਪਰੋਂ ਪਾਣੀ ਵਾਰੀ ਹੈ। ਤੇ ਜਿਨ੍ਹਾਂ ਦੇ ਉੱਪਰੋਂ ਪਾਣੀ ਵਾਰ ਕੇ ਪੀਤਾ ਗਿਆ ਸੀ, ਉੱਪਰੋਂ ਪਾਣੀ ਵਾਰੀ ਹੈ। ਝੱਲੇ ਝਿਮਕਣ ਪਾਸ, ਝੱਲੇ ਮਤਲਬ ਪੱਖੇ, ਪੱਖੇ ਪੱਖੀਆਂ ਹੁਣ ਤਾਂ ਸਾਡੇ ਘਰਾਂ ਵਿੱਚ ਹੈ ਹੀ ਨਹੀਂ। ਸ਼ਾਇਦ ਹੀ ਕਿਸੇ ਤੁਸੀਂ ਟਰੰਕ ਟਰੁੰਕ 'ਚ ਕੋਈ ਇੱਕ ਅੱਧੀ ਲੁਕੋ ਕੇ ਰੱਖੀ ਹੋਵੇ, ਪੁਰਾਣੀਆਂ ਪੱਖੀਆਂ। ਤੇ ਉਹ ਪੱਖੀਆਂ, ਉਹ ਪੱਖੇ, ਉਹਨਾਂ ਨੂੰ ਸਜਾਇਆ ਹੋਇਆ, ਉਹਨਾਂ ਨੂੰ ਸਿੱਪੀਆਂ ਸਿਤਾਰੇ ਲਾਏ ਹੋਏ ਚਮਕਦੇ ਸੋਹਣੇ ਪੱਖੇ। ਝੱਲੇ ਝਿਮਕਣ ਪਾਸ, ਆਪਣੇ ਪਤੀ ਨੂੰ ਕੋਲ ਬਿਠਾ ਕੇ ਉਹਨੂੰ ਖਾਣਾ ਖਵਾਉਂਦੀਆਂ ਤੇ ਨਾਲ ਪੱਖਾ ਚੱਲਦੀਆਂ। ਸਤਿਗੁਰੂ ਕਹਿੰਦੇ ਲੱਖ ਲਹਿਣ ਬੈਠੀਆਂ, ਲੱਖ ਲੈਣ ਖੜੀਆਂ। ਜਿਹੜੀਆਂ ਲੱਖ ਲੱਖ ਰੁਪਈਆ ਸ਼ਗਨ ਲੈਂਦੀਆਂ ਸੀ, ਕਿਉਂਕਿ ਰਾਜਿਆਂ ਮਹਾਰਾਜਿਆਂ ਦੀਆਂ ਕੁੜੀਆਂ ਸਨ, ਤੇ ਉਹ ਉੱਠਣ ਬੈਠਣ ਲੱਗਿਆਂ ਲੱਖ ਰੁਪਈਆ ਸ਼ਗਨ, ਕਿ ਹਾਂ ਜੀ ਡੋਲੀ 'ਚ ਉਤਰਨਾ, ਇੰਨੇ ਪੈਸੇ ਸ਼ਗਨ ਲਵਾਂਗੇ ਤਾਂ ਉਤਰਾਂਗੇ, ਮੂੰਹ ਦਿਖਾਈ ਦੇ ਇੰਨੇ ਪੈਸੇ ਦਿਓਗੇ ਤਾਂ ਕੁੰਡ ਚੱਕਾਂਗੇ। ਸਤਿਗੁਰੂ ਕਹਿੰਦੇ ਜਿਨ੍ਹਾਂ ਨੂੰ ਇਸ ਤਰ੍ਹਾਂ ਪੈਸੇ ਦਾ ਵੀ ਗਰੂਰ ਸੀ, ਲੱਖ ਲੈਣ ਬੈਠੀਆਂ, ਲੱਖ ਲੈਣ ਖੜੀਆਂ, ਗਰੀ ਸ਼ੁਹਾਰੇ ਖਾਂਦੀਆਂ, ਮਾਣ ਨਸੇਜੜੀਆਂ। ਜਿਹੜੀਆਂ ਗਰੀ ਸ਼ੁਹਾਰੇ ਖਾਂਦੀਆਂ ਸਨ, ਜਿਹੜੇ ਕਹਿੰਦੇ ਜੀ ਅਸੀਂ ਤਾਂ ਮਾੜੀ ਚੀਜ਼ ਖਾਂਦੇ ਹੀ ਨਹੀਂ, ਇਹ ਉਹਨਾਂ ਦਾ ਜ਼ਿਕਰ ਹੈ। ਇਸ ਲਈ ਇਸ ਨੂੰ ਉਸ ਸਮੇਂ ਤੇ ਨਹੀਂ, ਇਸ ਨੂੰ ਅੱਜ ਦੇ ਹਾਲਾਤ ਤੇ ਟੁਕਾ ਕੇ ਦੇਖ ਲਓ ਕਿ ਜਿਹੜਾ ਬੰਦਾ ਕਹਿੰਦਾ ਜੀ ਮੈਂ ਤਾਂ ਗਰੀ ਸ਼ੁਹਾਰੇ ਤੋਂ ਬਿਨਾਂ, ਮੈਂ ਤਾਂ ਮੇਵਿਆਂ ਤੋਂ ਬਿਨਾਂ, ਡਰਾਈ ਫਰੂਟ ਤੋਂ ਬਿਨਾਂ ਹੋਰ ਕੁਝ ਖਾਂਦਾ ਹੀ ਨਹੀਂ, ਕਿਉਂਕਿ ਇਹ ਸਭ ਅਮੀਰਾਂ ਦੇ ਚੋਚਨੇ ਮੋਚਨੇ ਹੁੰਦੇ ਨੇ। ਸਭ
दिखावा, शो ऑफ, क्योंकि जिन्नी दौलत उन्ना ज़्यादा दिखावा, उन्ना ज़्यादा पैसा। पिछे जे भारत का एक बहुत वड्डा अमीर आदमी, उन्हें अपने मुंडे का विआह किया, लोकां दे घरां विच फुल्लां दी डेकोरेशन हुंदी है, उन्हां दे घरां विच नोटां दी डेकोरेशन की गई, नोटां दी। जिवें आपां पीर पावियां पिल्लरां दे आले दुआले फुੱਲ ही फुੱਲ सजा लेने ना, उन्होंने पिल्लरां दे दुआले कंधां दे उत्ते नोटां दे 500 दे 1000 दे नोट, उन्हां वेले 14,000 दे सन, तां उन्हां दे नाल घर दी डेकोरेशन कीती। सतगुरु ने ऐसिਆਂ ਦਾ ही जिक्र किया इत्थे। सतगुरु कहंदे ਜਿਹੜੇ ਲੱਖਾਂ ਦੇ ਵਿੱਚ ਖੇਲਦੇ ਸਨ, ਕਰੋੜਾਂ ਵਿੱਚ, ਜਿਹੜੇ ਗਰੀ ਸ਼ੁਹਾਰੇ ਖਾਂਦੇ, ਕਹਿੰਦੇ ਜੀ ਅਸੀਂ ਤਾਂ, ਸਾਡਾ ਤਾਂ ਜਿਹਦੇ ਕੱਪ ਵਿੱਚ ਅਸੀਂ ਚਾਹ ਪੀਂਦੇ ਆ, ਇਹ ਕੱਪ ਹੀ ਸਾਡਾ ਤਾਂ ਜਾਪਾਨ ਤੋਂ ਆਇਆ, इस कल्ले कप की कीमत ही $10,000 है। इस तरह के लोग। सतगुरु कहते गरी शुहारे खांदियां मानन सेजड़ियां, हुण की हालत होई, 3 गल सिलकां पाईयां, उन्हां दे गल दे विच बाबर दे सिपाहियां ने रस्सियां पा दित्तियां, रस्से पा दित्ते, 3 गल सिलकां पाईयां, टुटन मोतसरियां, मोतियां दे हार जिहड़े गल विच पाए सन टुट गए। हुण ये समझो कि जदों मौत की फाही बंदे दे गल विच पैंदी है, उदों मोतियां दे हार सब टुट जांदे ने। जदों मौत का फाहा आउंदा है, इत्थे बाबर दे सिपाही वो मौत दे दूत कह लो, जम दे दूत, ते जम दा दूत साडे सब दे उत्ते आउंदा ही आउंदा है, चाहे अमीर हाँ ते चाहे गरीब हाँ, चाहे पैसे का गुरूर है, चाहे कुछ भी नहीं, जेब खाली है, मौत ने तो आके गलों फड़ ही लेना है। सतगुरु कहते टुट गया सब कुछ, जिहड़ा संबंध सी ना कि मेरे गल दे विच बड़ा महंगा सोने का गहना पाया होया, कैंठा पाया जां हार पाया, राणी हार पाया जां मोतियां दा हार पाया, सतगुरु कहते सब गल विच ही रह जांदा जदों मौत आके गलों फड़ लैंदी। 3 गल सिलकां पाईयां, उन्हां दे गल विच जदों सिलकां पै गईयां, रस्से पा लै गए, टुटन मोतसरियां, तां टुट गईयां मोतियां दियां मालां, टुट गई। सवासां दी जिहड़ी डोर है वो टुट जांदी है। फिर सतगुरु कहंदे असल इन्हां लोकां दी दुर्दशा दा कारण की, सब दी दुर्दशा दा कारण की हुंदा है? सतगुरु कहंदे आ एक कारण है, धन ते जोबन। धन जोबन दोए वैरी होए, जिनी रखे लंग लाए। गुरु नानक साहब ने आख्या, सतगुरु कहते असल में आ है, गुरु नानक साहब ने सिट्टा ये कढ़िया कि जिन्हां लोकां ने भी पैसे अते जवानी नूं बहुत अहमियत दी कि पैसा ही सब कुछ है, जवानी सब कुछ है, सतगुरु कहते उन्हां दी ये दुर्दशा हुंदी है, क्योंकि पैसे का नशा ते जवानी का नशा ये दोनों अन्ना कर देंदे ने बंदे नूं, दोनों ही। इसलिए शायद परमात्मा ने खेड ही ऐसी बनाई है कि जदों बंदा जवान हुंदा उदों उहदे कोल पैसा थोड़ा हुंदा, जदों पैसा हुंदा उदों जवानी नहीं रहिंदी। वाहिगुरू ने खेड ही ऐसी बनाई है। इसलिए जिहड़े अमीरां दे बच्चे हुंदे ने, करोड़ापतियां दे, उन्हां दे बच्चे अक्सर जवानी अते पैसे दे रंग दे विच रंगे जांदे ने, अक्सर। सतगुरु समझाउंदे कि जिन्हां ने भी जवानी अते जोबन दे नाल पैसे नाल सांझ पाई, इहदे रंग विच रंगे गए, उन्हां नूं इह दुख भोगना ही पैंदा है। धन जोबन दोए वैरी, धन ते जोबन ही उन्हां दे वैरी बन गए, पैसा ही उन्हां दा वैरी बन जांदा है। जिन्ना ज़्यादा पैसा उन्ना ज़्यादा खतरा, उन्ना ज़्यादा खतरा। गरीब आदमी नूं तुसीं कदी कोई खतरा नहीं देखोगे किसी गल तो, क्यों? क्योंकि उहदे कोल कुछ है ही नहीं, तो उन्होंने डर काहदा। अमीर आदमी कोल बहुत है, इसलिए उन्होंने डर सताउंदा रहिंदा कि किते चोरी ना हो जाए, किते लुट्टिया ना जावां, इसलिए वो बहुत सारे बंदोबस्त करता है, वो बहुत सारियां सिक्योरिटियां लैंदा है, वो अपने घर दे आले दुआले सिक्योरिटी, जे बाहर जांदा है तो अपने नाल
पुलिस फोर्स रखदा, सिक्योरिटी रखदा, डर है लुट्टिया ना जावां, मारिया ना जावां। सतगुरु कहंदे उहदा पैसा ही उहदा वैरी बन गया, रुतबा ही वैरी बन गया। जदों तक बंदा आम आदमी है कोई फर्क नहीं पैंदा, पर जदों ही आम तो खास होया तां लोकां दी निगाह विच आ गया। जदों तक तुसीं आम हो तां कोई फर्क नहीं, पर जदों ही किसी उच्चे रुतबे ते पहुंचे तां लोग तुहानूं उस अहुदे तो लाउण वाले पासे नूं हो तुरे, उत्थों खिੱਚਣ ਲਈ। क्योंकि कंपीटीशन है ना, सारे उत्थे बहना चाहुंदे ने, सारे उस अहुदे नूं हासिल करना चाहुंदे ने। इसलिए सतगुरु कहंदे वो चीज़ ही बंदे दी वैरी बन जाती। जवानी ही, जोबन ही ते पैसा, ये दोनों वैरी बन जाते हैं। जिन्हां ने भी इन्हां नाल रंग लाया, इन्हां नाल मोह पाया, दूतां नूं फरमाया। सतगुरु कहंदे दूतां नूं आख छड्डिया वाहिगुरू ने। उस वक्त बाबर ने आख्या अपने सिपाहियां नूं, दूतां नूं फरमाया लै चले पत गवाए। कि बाबर ने हुक्म किया अपने सिपाहियां नूं ते सिपाही लै चले सब नूं ढो के, सब नूं कैद कर लिया। बहुतियां दी पत लुट्टी गई, बहुतियां दा धन घर बार सब लुट लिया गया। सतगुरु कहंदे पत गवा दित्ती, लै चले पत गवाए। कि पत गवा के लै चुले बाबर दे सिपाही, जे तिस भावै दे वडियाई। सतगुरु कहंदे जे परमात्मा नूं भावे तां परमात्मा वडियाई दिंदा है, शोभा दिंदा है। जे भावै दे सजाए, जे उहनूं भावे तां सजा, जे उहनूं चंगा लग जाए तां वडियाई बख्शदा है, जे उहनूं चंगा लगे तां ओह सजा दिंदा है। इसलिए हर बंदा अपने कीते दी सजा भोगदा है, अपने कीते दी। इसनूं जानना कि जिस शहर विच मलक भागो वर्गे ही लोग रहिंदे होण, उन्हां नूं सजा तां मिलेगी ही ना, दुख तां फिर वो भोगणगे ही ना, दुख भोगणगे। इसलिए सतगुरु कहंदे वाहिगुरू दा जो भाउंदा है परमेश्वर नूं, जो उहदा भाणा, उहदे मुताबक सजा जां वडियाई हासिल हुंदी। अगों दे जे चेती है तां कायत मिले सजाए। सतगुरु कहंदे जे पहले ही चेत लिया जावे तां फिर सजा क्यों मिले। अगों दे जे चेती है, जे पहले ही रब रब कर लीए तां बाद विच सानू दुख क्यों भोगना पवे, मरण वेले सानू मुसीबत क्यों झलनी पवे, मरण तो डरना क्यों पवे, जे पहले बंदोबस्त कर लिया जावे। उन्होंने बंदोबस्त कोई नहीं सी कीता एमनाबाद वालियां ने। अगले शब्द विच इसका जिक्र आएगा। उन्होंने बंदोबस्त कोई नहीं किया, वो बेफिक्र होकर पे रहे। वो कहते जी साडा बाबर की बिगाड़ लेगा, पर जदों वो आया तो इन्हां दा कोई बस नहीं चलिया। जिमें कोई बंदा कहे कि जी हाले तो बहुत टाइम पिया, कोई नहीं कर लवांगे प्रबंध, कर लवांगे। जिमें कोई तुहाडा बच्चा कहे कि हाले तो पेपरां विच 2-3 महीने पए ने, कोई नहीं कर लवांगे स्टडी, हजे तो बड़ा दूर है। तो जिस दिन पेपर सिर ते आ गया उस दिन हुण किताब चुक के बह गया। हुण की हो सकता है, हुण कुछ भी नहीं, हुण कुछ भी नहीं। सतगुरु कहंदे जे अगों दे जे चेती है, जे पहले ही बंदोबस्त कर लिया जाए तो कायत मिले सजाए, तो सजा क्यों भोगनी पवे, दुख क्यों भोगना पवे। दुख भोगना पै रहा क्योंकि पहला बंदोबस्त नहीं किया। भाई गुरदास का बड़ा प्यारा बचन है। भाई गुरदास कहते कि किसी बंदे के घर नूं अग लग जाए, तो अग लग गई तो हुण वो खूह पुट्टण लग जाए कि भाई मैं खूह पुट लवां ताकि अग बुझ जाए। हुण उहदे खूह पुट्टण नाल कोई लाभ होवेगा, क्योंकि जिन्नी देर वो खूह पुट्टण नूं लाएगा उन्नी देर च घर सड़ के सुआह हो जाएगा। फौजां चढ़ के आ जाण, सारे देश नूं आले दुआलियों घेरां पा लैण, तो हुण बंदे कहण जी असीं हुण पहलां प्रशिक्षण लै आईए, असीं सिख आईए कि हथियार किवें चलाईदे ने, असीं सिख लईए कि तलवारबाजी किवें करीदी, असीं सिख के आउंदे आ।
दुश्मन सिर ते आए खड़ोता है तो बंदा कहता जी मैं हुण पहलां सिक्ख्या वां, सिखलाई लै आवां। इंज नहीं हुंदा। भाई गुरदास कहते इंज कदे भी सुख नहीं भोग्या जाता, इंज नहीं। इसलिए पहला बंदोबस्त करना पैंदा है, पहला कि फौज के आने तो, दुश्मन की फौज के आने तो पहला सारी तैयारी करके बैठना पैंदा कि आ जाएगा कल नूं तो मैं तैयार बैठांगा। सतगुरु कहते जे बंदे ने पहला तैयारी की होवे, जे हुण रब दा नाम सिमरिया होवे तां अगां फिर जाके दुखी क्यों होवे, सजा क्यों भोगे। अगों दे जे चेती है तां कायत मिले सजाए। जे अगों हुण ही असीं सिमर लईए, जे हुण ही असीं उहनूं आराधना शुरू कर दईए तां बाद विच दुख ना भोगना पवे सानूं। शाहां सुरत गवाईया। सतगुरु कहते जिहड़े शाह सन, शाहूकार, उन्होंने सुरत गवा ली अपनी। सुरत किवें गवाई? रंग तमाशा चाहे, रंग तमाशिਆਂ ਵਿੱਚ। क्योंकि उस वेले ਜਿਹੜੇ राजे महाराजे सी उन्होंने खाण पीण, रंग रलियां, मुजरे देखण, इन्हां तो इलावा उन्होंने होर कुछ करना ही नहीं सी आउंदा। वो सिर्फ रंग रलियां विच लगे सी, नच्चण गाउण विच, बस ठीक है, होर कुछ नहीं। उन्होंने पता कि पैसा हैगा, दौलत हैगी है, खाओ पिओ, किसी दी कोई चिंता करने की जरूरत नहीं। प्रजा लोग मरदे ने, मरण दिओ, साडा की जांदा। आप रंग तमाशिਆਂ ਵਿੱਚ लगे ने, उलझे ने। सतगुरु कहते शाहां सुरत गवाई आ। उन्हां दी मत मारी गई माया करके, पैसे करके। जदों भी बंदे कोल पैसा लोड़ तो वध हो जाए ना तां अक्सर देखा गया कि उहदी मत मारी जाती है, जां उन्हां लोकां दी जिन्हां नूं बिना मेहनत तो सारा कुछ मिल जाए। जिन्हां लोकां नूं बिना मेहनत तो सारा कुछ मिल जाता है, उन्हां दी भी मत मारी जाती है। ऐसा हुंदा है, सुभाविक है ऐसा। सतगुरु कहते शाहां दी, राजियां दी सुरत, उन्हां दी मत मारी गई, वो रंग तमाशिਆਂ ਵਿੱਚ उलझे रहे। तो फिर होया कि बाबर बाणी फिर गई। बाबर दी बाणी फिर गई। बाबर दी बाणी का मतलब बाबर दी दोही, ਉਹਦੇ नाम का डंका वज गया। बाबर बाबर हो गई सारे पासे के बाबर आ गया, उहदा राज आ गया। बाबर बाणी फिर गई। कोयर, कोयर ना रोटी खाए। कोयर मतलब राजकुमार, राजकुमार, उन्होंने भी रोटी खानी नसीब ना हो रही होना। कोयर ना रोटी खाए। आम प्रजा नूं तां रोटी की मिलनी है, जिहड़े राजिਆਂ दे पुत्तर ने, राजे ने, उन्होंने खाना नहीं नसीब होया, उन्होंने नहीं नसीब होया। जिन्हां ने लोकां दा लहू पीता, जनता दा लहू पीता, वो भला किवें रज सकते हैं, किवें तृप्त हो सकते हैं। इसलिए मतां किते ये जाणिओ कि सरकारां टैक्स राही जो लोकां दा लहू पींदियां, वो सुख भोग लैणगियां, उन्हां नूं सुख मिलेगा। इसनूं लोकां दी खून पसीने दी कमाई नूं पचाउणा बहुत औखा हुंदा जे। इनूं हजम करना बहुत औखा हुंदा है। ये हजम नहीं हुंदी। इहदे कल्ले कल्ले पैसे का, निक्के निक्के पैसे का हिसाब देना पैंदा। उन्हां लोकां दी हालत उस वेले यही हुई कि बाबर दा ऐसा हुक्म चलिया कि राजे महाराजे भी भुखे मरे, भुख नाल तड़फ उठे। बाबर बाणी फिर गई, कोयर ना रोटी खाए, एक ना वक्त खुआई है। वक्त नमाज दा वक्त, कि हुण नमाज दा वक्त खुंज गया। नमाज दा एक ना पूजा जाए, एक ना दी पूजा चली गई। क्योंकि जिहड़े सवेरे शाम पूजा करते सी, हुण वो पूजा का समा गया, क्योंकि हुण वो कुछ कर नहीं सकते। जिहड़े पंजों वक्त नमाज करते सी, हुण नमाज का भी वक्त नहीं। क्योंकि जदों उन्होंने जेलों में सुट दिता गया, कैद कर लिया गया, तो फिर किन्हां नूं नमाज सुझदी उस वेले, जां किन्हां नूं उस वेले पूजा का चेता आउंदा कि भाई पूजा कर लीए। अक्सर ही ऐसा हुंदा है कि लोग उलझ जाते हैं, दुख विच भी रब नूं भुल जाते हैं तो सुख विच भी भुल जाते हैं। क्योंकि रोण पिट्टण तो इलावा उत्थे कुछ हो ही नहीं रहा। अज की है, अज बंदा रंग तमाशिਆਂ विच उलझ के रब दे नाम तो टुटा होया। जे पूजा तो खुंज गया, नमाज तो खुंज गया, नितनेम बाणी तो खुंज गया, तो उहदा कारण वो माया विच उलझ गया।
ਮਾਇਆ ਵਿੱਚ ਉਲਝਿਆ ਹੋਣ ਕਰਕੇ। ਸਤਿਗੁਰੂ ਕਹਿੰਦੇ ਇੱਕ ਨਾ ਵਕਤ ਖੁਆਈਆਂ, ਇੱਕ ਨਾ ਪੂਜਾ ਜਾਏ, ਚੌਂਕੇ ਬਿਨ ਹਿੰਦਵਾਣੀਆਂ ਕਿਉਂ ਟਿੱਕੇ ਕੱਢੇ ਨਾਏ। ਜਿਹੜੀਆਂ ਚੌਂਕੇ ਵਿੱਚ ਨਹਾ ਕੇ ਆਪਣੇ ਆਪ ਨੂੰ ਨਵਾ ਧਵਾ ਕੇ ਫੇਰ ਚੌਂਕੇ ਵਿੱਚ ਵੜਦੀਆਂ ਸੀ, ਹੁਣ ਕਿੱਥੇ ਗਿਆ ਚੌਂਕਾ ਤੇ ਕਿੱਥੇ ਗਿਆ ਉਹਨਾਂ ਦਾ ਨਹਾਉਣਾ ਧੋਣਾ। ਕਿਉਂਕਿ ਕਈ ਦਿਨ ਪਾਣੀ ਪੀਣ ਨੂੰ ਨਹੀਂ ਨਸੀਬ ਹੋਇਆ, ਨਹਾਉਣਾ ਤਾਂ ਦੂਰ ਦੀ ਗੱਲ ਸੀ। ਚੌਂਕੇ ਬਿਨ ਹਿੰਦਵਾਣੀਆਂ, ਹਿੰਦੂਆਂ ਦੀਆਂ ਜਿਹੜੀਆਂ ਇਸਤਰੀਆਂ ਨੇ ਕਿਉਂ ਟਿੱਕੇ ਕੱਢਣ ਆਏ। ਉਹ ਟਿੱਕੇ ਲਾਉਂਦੀਆਂ ਸਨ ਮੱਥੇ ਤੇ ਨਹਾ ਧੋ ਕੇ, ਤੇ ਹੁਣ ਕਿੱਥੇ ਨਹਾਉਣਾ ਧੋਣਾ, ਹੁਣ ਮੱਥੇ ਤੇ ਟਿੱਕੇ ਕਿੱਥੇ ਲੱਗਣ। ਰਾਮ ਨਾ ਕਬਹੂ ਚੇਤਿਓ, ਜਿਨ੍ਹਾਂ ਨੇ ਕਦੇ ਰੱਬ ਦਾ ਨਾਮ, ਰਾਮ ਦਾ ਨਾਮ ਨਹੀਂ ਸੀ ਲਿਆ, ਹੁਣ ਕਹਿਣ ਨਾ ਮਿਲੇ ਖੁਦਾਏ। ਹੁਣ ਖੁਦਾ ਵੀ ਕਹਿਣ ਨੂੰ ਨਹੀਂ ਮਿਲਦਾ। ਜਿਹੜੇ ਰਾਮ ਰਾਮ ਨਹੀਂ ਸੀ ਕਹਿੰਦੇ, ਹੁਣ ਖੁਦਾ ਵੀ ਨਹੀਂ ਕਹਿ ਸਕਦੇ। ਕਿਉਂਕਿ ਬਾਬਰ ਨੇ ਇਹ ਹਮਲਾ ਇਸ ਕਰਕੇ ਨਹੀਂ ਕੀਤਾ ਕਿ ਹਿੰਦੂ ਰਹਿੰਦੇ ਨੇ ਅਮਨਾਬਾਦ 'ਚ ਤੇ ਹਿੰਦੂਆਂ ਤੇ ਹਮਲਾ ਕਰੋ, ਨਾ। ਕਿਉਂਕਿ ਇਹ ਸਿਰਫ ਤੇ ਸਿਰਫ ਰਾਜਨੀਤਿਕ ਮਾਮਲਾ ਸੀ, ਇਹ ਧਾਰਮਿਕ ਮਾਮਲਾ ਤਾਂ ਹੈ ਨਹੀਂ ਸੀ। ਇਸ ਲਈ ਉੱਥੇ ਮੌਜੂਦ ਜਿੰਨੇ ਵੀ ਲੋਕ ਸਨ ਉਹ ਹਿੰਦੂ ਵੀ ਸਨ ਤੇ ਮੁਸਲਮਾਨ ਵੀ ਸਨ, ਤੇ ਹਮਲਾਵਰਾਂ ਨੂੰ ਇਹਨਾਂ ਗੱਲਾਂ ਨਾਲ ਕਦੇ ਕੋਈ ਮਤਲਬ ਨਹੀਂ ਹੁੰਦਾ ਕੌਣ ਹਿੰਦੂ ਤੇ ਕੌਣ ਮੁਸਲਮਾਨ, ਉਹ ਤਾਂ ਸਿਰਫ ਲੁੱਟਣ ਵਾਲੇ ਸਨ। ਇਸ ਲਈ ਉਹਨਾਂ ਨੇ ਨਹੀਂ ਦੇਖਿਆ ਕਿ ਕੋਈ ਸਾਡਾ ਮੁਸਲਮਾਨ ਭਰਾ ਹੈ ਇਹਨੂੰ ਬਖਸ਼ ਦਈਏ, ਉਹਨਾਂ ਨੇ ਨਹੀਂ ਦੇਖਿਆ ਕਿ ਇਹ ਸਾਡਾ ਹਿੰਦੂ ਭਰਾ ਹੈ ਜਾਂ ਇਹਨੂੰ ਛੱਡ ਦਈਏ ਕਿ ਜੀ ਹਿੰਦੂ ਹੈ ਸਾਡਾ ਤੇ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ, ਨਾ, ਐਸਾ ਨਹੀਂ। ਐਸਾ ਹੀ ਹੁੰਦਾ, ਐਸਾ ਹੀ। ਜਦੋਂ 1984 ਦੇ ਵਿੱਚ ਦਿੱਲੀ ਦੇ ਵਿੱਚ ਦੰਗੇ ਹੋਏ, ਦਿੱਲੀ ਵਿੱਚ ਕਤਲੇਆਮ ਹੋਇਆ ਸਿੱਖਾਂ ਦਾ, ਤਾਂ ਜਿਨ੍ਹਾਂ ਹਿੰਦੂਆਂ ਨੇ ਸਿੱਖਾਂ ਦੀ ਮਦਦ ਕੀਤੀ, ਦੰਗਾਈਆਂ ਨੇ ਉਹਨਾਂ ਹਿੰਦੂਆਂ ਨੂੰ ਵੀ ਮਾਰਿਆ, ਉਹਨਾਂ ਦੇ ਗਲਾਂ ਵਿੱਚ ਵੀ ਟਾਇਰ ਪਾਏ। ਕਿਉਂ? ਕਿ ਤੁਸੀਂ ਸਿੱਖਾਂ ਨੂੰ ਕਿਉਂ ਬਚਾ ਰਹੇ ਹੋ। ਇੱਕ ਦੋ ਹਿੰਦੂਆਂ ਦੇ ਘਰ ਵੀ ਸਾੜ ਦਿੱਤੇ ਗਏ ਇਸੇ ਕਰਕੇ ਕਿ ਤੁਸੀਂ ਇਹਨਾਂ ਦੀ ਮਦਦ ਕੀਤੀ। ਇਸ ਲਈ ਉਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਕਿ ਕੋਈ ਹਿੰਦੂ ਹੈ ਜਾਂ ਮੁਸਲਮਾਨ ਹੈ ਜਾਂ ਕੋਈ ਹੋਰ ਹੈ, ਕੁਛ ਨਹੀਂ ਲੈਣਾ ਦੇਣਾ। ਸਤਿਗੁਰੂ ਕਹਿੰਦੇ ਰਾਮ ਨਾ ਕਬਹੂ ਚੇਤਿਓ, ਨਾ ਕਦੀ ਰਾਮ ਨਾ ਹੁਣ ਖੁਦਾ, ਕੁਛ ਵੀ ਨਹੀਂ। ਰਾਮ ਨਾ ਕਬਹੂ ਚੇਤਿਓ, ਹੁਣ ਕਹਿਣ ਨਾ ਮਿਲੇ ਖੁਦਾਏ। ਇੱਕ ਘਰ ਆਵੇ ਆਪਣੇ, ਇੱਕ ਮਿਲ ਮਿਲ ਪੁੱਛੈ ਦੁੱਖ ਸੁੱਖ। ਸਤਿਗੁਰੂ ਕਹਿੰਦੇ ਜਿਹੜੇ ਬਚ ਗਏ ਉਹ ਹੁਣ ਆਪਣੇ ਆਪਣੇ ਘਰਾਂ ਨੂੰ ਪਰਤੇ। ਜਦੋਂ ਘਰਾਂ ਨੂੰ ਪਰਤੇ ਤਾਂ ਆਪਸ ਵਿੱਚ ਮਿਲ ਕੇ ਹੁਣ ਇੱਕ ਦੂਸਰੇ ਦੀ ਸੁੱਖ ਸਾਂਦ ਪੁੱਛਦੇ ਨੇ, ਆਪਣਿਆਂ ਬਾਰੇ ਪੁੱਛਦੇ ਨੇ ਕਿ ਤੁਹਾਡੇ ਪਰਿਵਾਰ ਦੇ ਮੈਂਬਰ ਕਿੱਥੇ ਨੇ, ਠੀਕ ਨੇ ਸਭ, ਕਿ ਕੋਈ ਬਚਿਆ, ਸੁੱਖ ਸਾਂਦ ਪੁੱਛਦੇ ਨੇ। ਇੱਕ ਆਵੇ ਘਰ ਆਪਣੇ, ਇੱਕ ਮਿਲ ਪੁੱਛੈ ਸੁੱਖ। ਇੱਕ ਨਾ ਇਹੋ ਲਿਖਿਆ ਬਹਿ ਬਹਿ ਰੋਵੇਂ ਦੁੱਖ। ਹੁਣ ਲੋਕ ਗੱਲਾਂ ਕਰਦੇ ਨੇ ਕਿ ਸਾਡੇ ਲੇਖਾਂ ਵਿੱਚ ਇਹੀ ਲਿਖਿਆ ਸੀ ਕਿ ਦੁੱਖ ਭੋਗਣਾ, ਸਾਡੇ ਲੇਖਾਂ ਵਿੱਚ ਇਹੀ ਲਿਖਿਆ ਸੀ ਕਿ ਬਾਬਰ ਨੇ ਆ ਕੇ ਦੁੱਖ ਦੇਣਾ, ਸਾਡੇ ਲੇਖਾਂ ਵਿੱਚ ਦੁੱਖ ਸੀ, ਸਾਡੇ ਲੇਖਾਂ ਵਿੱਚ ਰੋਣਾ ਸੀ ਤੇ ਉਹ ਸਾਨੂੰ ਮਿਲ ਗਿਆ। ਇੱਕ ਨਾ ਇਹੋ ਲਿਖਿਆ ਬਹਿ ਬਹਿ ਰੋਵੇਂ ਦੁੱਖ, ਜੋ ਤਿਸ ਭਾਵੈ ਸੋ ਥੀਐ, ਨਾਨਕ ਕਿਆ ਮਨੁੱਖ। ਸਤਿਗੁਰੂ ਕਹਿੰਦੇ ਹੇ ਨਾਨਕ, ਜੋ ਪ੍ਰਮਾਤਮਾ ਨੂੰ ਭਾਉਂਦਾ ਉਹੀ ਹੁੰਦਾ, ਕਿਆ ਮਨੁੱਖ। ਇਹ ਬੰਦਾ ਵਿਚਾਰਾ ਕੀ ਕਰ ਸਕਦਾ, ਅਸੀਂ ਕੀ ਕਰ ਸਕਦੇ ਹਾਂ? ਜੋ ਪਰਮੇਸ਼ਰ ਨੂੰ ਭਾਉਂਦਾ ਉਹੀ ਵਾਪਰਦਾ ਹੈ, ਜੋ ਵਾਹਿਗੁਰੂ ਦੀ ਰਜ਼ਾ ਹੁੰਦੀ ਹੈ ਉਹਦੀ ਰਜ਼ਾ ਮੁਤਾਬਕ ਹੀ ਹੁੰਦਾ। ਇਸ ਲਈ ਜੋ ਕੁਛ ਵਾਪਰ ਰਿਹਾ ਹੈ ਉਹਦੀ ਰਜ਼ਾ ਮੁਤਾਬਕ। ਜਦੋਂ ਤੁਸੀਂ ਹਰ ਚੀਜ਼ ਨੂੰ ਹਰ ਪੱਖ ਤੋਂ ਵੇਖਣ ਲੱਗ ਜਾਂਦੇ ਹੋ ਤਾਂ ਸਮਝ ਆਉਂਦੀ ਹੈ ਗੱਲ ਕਿ ਇਹਦੇ ਸਿੱਟੇ ਆਉਣ ਵਾਲੇ ਸਮੇਂ ਵਿੱਚ ਕੁਛ ਹੋਰ ਨਿਕਲਣਗੇ। ਇਸ ਲਈ ਜਦੋਂ ਸਾਡੀ ਸੋਚ, ਸਾਡੀ ਸਮਝ ਵਿਸ਼ਾਲ ਹੁੰਦੀ ਹੈ ਤਾਂ ਸਾਨੂੰ ਸਮਝ ਆਉਂਦੀ ਵਾਹਿਗੁਰੂ ਦੀ ਰਜ਼ਾ, ਉਹਦੀ ਖੇਡ, ਕਿ ਉਹਦੀ ਇਸ ਖੇਡ ਵਿੱਚ, ਉਹਦੀ ਇਸ ਲੀਲਾ ਵਿੱਚ ਕੀ ਕੌਤਕ ਹੈ। ਸਤਿਗੁਰੂ ਰਹਿਮਤ ਕਰੇ, ਉਹਦੇ ਭਾਣੇ ਅੰਦਰ, ਉਹਦੀ ਰਜ਼ਾ ਅੰਦਰ ਚੱਲਣ ਦਾ ਬਲ ਸਤਿਗੁਰੂ ਸਾਨੂੰ ਬਖਸ਼ੇ। ਹੋਈਆਂ ਭੁੱਲਾਂ ਲਈ ਖਿਮਾ ਸਤਿਗੁਰੂ ਜੀ, ਅਤੇ ਆਪ ਸਰਬੱਤ ਸੰਗਤ ਬਖਸ਼ਣ ਜੋ ਭੁੱਲਾਂ ਨਾ ਚਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।